आप लिहो तुम ਕਥਾ सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਏਕ ਸਮੇਂ ਹਰ ਗੋਬਿੰਦ ਜੀ, ਨਿਜ ਮੰਦਰ ਸੁੰਦ ਬੀਚ ਥਿਰੇ। ਕੋਇ ਨ ਸਮੀਪ ਮਹੀਪ ਜੋ ਥੇ, ਨਰ ਅੰਦਰ ਆਵਨ ਬੰਦ ਕਰੇ। ਦੇਖ ਭਲੋ ਅਵਕਾਸ਼ ਹਿਰਦੈ, ਲਖ ਕਾਰਨ ਮੇਲ ਆਨੰਦ ਧਰੇ। ਸਾਰਦ ਬਾਰਦ ਸਾਰਦ ਪਾਰਦ, ਤਾ ਸਮ ਨਾਰਦ ਮੋਦ ਭਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਵੱਡੇ ਭਾਗ ਹਨ, ਕਿਉਂਕਿ ਬਿਨਾਂ ਭਾਗਾਂ ਦੇ ਸਤਸੰਗ ਦੀਆਂ ਇਹ ਘੜੀਆਂ ਪ੍ਰਾਪਤ ਨਹੀਂ ਹੁੰਦੀਆਂ। ਮਸਤਕ ਲੱਗੈ ਸਾਧ ਰੇਣ, ਵਡ ਭਾਗ ਜਿਨ੍ਹਾਂ ਦੇ ਭਾਗ ਬਹੁਤ ਹੀ ਵੱਡੇ ਹੋਣ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੂਹ ਪ੍ਰਾਪਤ ਹੁੰਦੀ ਹੈ। ਸੋ ਆਪ ਜੀ ਗੁਰੂ ਚਰਨਾਂ 'ਚ ਬੈਠ ਕਰਕੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਚੋਜੀ ਪ੍ਰੀਤਮ ਨੇ ਜੋ ਚੋਜ ਕੀਤੇ ਹਨ, ਉਹ ਸੰਸਾਰੀ ਜੀਵਾਂ ਦੀ ਸਮਝ ਤੋਂ ਪਰੇ ਹਨ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਜਿੱਥੇ ਭਗਤੀ ਦਾ ਵਰਤਾਰਾ ਕੀਤਾ, ਉੱਥੇ ਸ਼ਕਤੀ ਦਾ ਵੀ ਕੀਤਾ। ਜੰਗ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ ਨੇ ਇੱਕ ਪਾਸੇ ਬੀਬੀ ਬੀਰੋ ਜੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ। ਇੱਕ ਪਾਸੇ ਮਠਿਆਈਆਂ ਦੇ ਕੜਾਏ ਚੜ੍ਹੇ ਹੋਏ ਨੇ, ਦੂਜੇ ਪਾਸੇ ਅਸਲੇ ਖਾਨੇ ਵਿੱਚ ਗੋਲੀਆਂ, ਤੀਰ ਤੇ ਸ਼ਸਤਰ ਘੜੇ ਜਾ ਰਹੇ ਨੇ। ਇਹ ਮਹਾਰਾਜ ਦਾ ਅਗੰਮੀ ਚੋਜ ਹੈ। ਆਓ ਸਰਵਣ ਕਰੀਏ ਕਿਸ ਪ੍ਰਕਾਰ ਨਾਰਦ ਮੁਨੀ ਨੇ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਬੇਨਤੀ ਕੀਤੀ। ਇੱਥੋਂ ਕਥਾ ਆਰੰਭ ਹੁੰਦੀ ਹੈ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਏਕ ਸਮੇਂ ਹਰ ਗੋਬਿੰਦ ਜੀ, ਇੱਕ ਸਮੇਂ ਸ੍ਰੀ ਸਤਿਗੁਰੂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨਿਜ ਮੰਦਰ ਸੁੰਦਰ ਬੀਚ ਥਿਰੇ। ਆਪਣੇ ਪਾਵਨ ਸੁੰਦਰ ਸਥਾਨ ਗੁਰੂ ਕੇ ਮਹਿਲਾਂ ਵਿੱਚ ਬੈਠੇ ਸਨ। ਕੋਇ ਨ ਸਮੀਪ ਮਹੀਪ ਜੋ ਥੇ। ਉਸ ਵੇਲੇ ਕੋਈ ਗਰੀਬ ਅਮੀਰ ਵੱਡਾ ਛੋਟਾ ਨੇੜੇ ਨਹੀਂ ਸੀ। ਇਕੱਲੇ ਸਤਿਗੁਰੂ ਇਕਾਂਤ ਵਿੱਚ ਆਪਣੀ ਸੁਰਤੀ ਅਕਾਲ ਪੁਰਖ ਦੇ ਚਰਨਾਂ 'ਚ ਜੋੜ ਕੇ ਇੱਕਮਿਕ ਹੋ ਕੇ ਬ੍ਰਹਮ ਨਾਲ ਅਭੇਦ ਹੋ ਕੇ ਬੈਠੇ ਸਨ। ਨਰ ਅੰਦਰ ਆਵਨ ਬੰਦ ਕਰੇ। ਕੋਈ ਵੀ ਉਸ ਵੇਲੇ ਵਿਅਕਤੀ ਅੰਦਰ ਆ ਨਹੀਂ ਸੀ ਸਕਦਾ, ਜਾ ਨਹੀਂ ਸੀ ਸਕਦਾ। ਮਹਾਰਾਜ ਇਕਾਂਤ ਵਿੱਚ ਧਿਆਨ ਪਰਾਇਣ ਹੋ ਕੇ ਬੈਠੇ ਸਨ। ਦੇਖ ਭਲੋ ਅਵਕਾਸ਼ ਹਿਰਦੈ। ਉਸ ਵੇਲੇ ਨਾਰਦ ਮੁਨੀ ਜੀ ਨੇ ਬੜਾ ਸੋਹਣਾ ਮੌਕਾ ਜਾਣ ਕਰਕੇ ਲਖ ਕਾਰਨ ਮੇਨ ਆਨੰਦ ਧਰੇ। ਕਿਉਂਕਿ ਆਉਣ ਵਾਲੇ ਸਮੇਂ ਦਾ ਜੋ ਵਰਤਾਰਾ ਹੈ ਉਸ ਨੂੰ ਵਰਤਾਉਣਾ ਹੈ। ਸਾਧ ਸੰਗਤ ਜੀ, ਨਾਰਦ ਮੁਨੀ ਕੋਈ ਵਿਅਕਤੀ ਨਹੀਂ। ਆਮ ਤੌਰ 'ਤੇ ਲੋਕ ਨਾ ਇੱਕਦਮ ਹੀ ਸ਼ੰਕੇ 'ਚ ਪੈ ਜਾਂਦੇ ਆ ਵੀ ਕੋਈ ਹੋਵੇਗਾ ਜਿਹਦੇ ਸਿਰ ਦੇ ਉੱਤੇ ਕੋਈ ਮੁਕਟ ਲੱਗਾ ਹੋਵੇਗਾ, ਕੋਈ ਹਿੰਦੂਆਂ ਦਾ ਹੋਵੇਗਾ, ਕੋਈ ਮੁਸਲਮਾਨਾਂ ਦਾ ਹੋਵੇਗਾ। ਨਹੀਂ, ਗੁਰਬਾਣੀ ਵਿੱਚ ਬਚਨ ਹੈ, ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਬਲਾ ਦਾਸੀ। ਨਾਰਦ ਇੱਕ ਸ਼ਕਤੀ ਹੈ, ਕੋਈ ਵਿਅਕਤੀ ਨਹੀਂ, ਜਿਸ ਦਾ ਕੰਮ ਹੈ ਕਿ ਸੰਸਾਰ ਦੇ ਵਿੱਚ ਜਾ ਕੇ ਇੱਕ ਦੂਸਰੀ ਦੇ ਮਨ 'ਚ ਉਦਵਿਗਨ ਪੈਦਾ ਕਰ ਦੇਣਾ, ਮਨ ਦੇ ਵਿੱਚ ਵੈਰ ਵਿਰੋਧ ਦੀ ਭਾਵਨਾ ਪੈਦਾ ਕਰ ਦੇਣੀ, ਜੰਗ ਯੁੱਧ ਦੀ ਭਾਵਨਾ ਖਿਆਲ ਪੈਦਾ ਕਰ ਦੇਣਾ। ਖਿਆਲ ਸਾਡੇ ਮਨਾਂ 'ਚ ਆਉਂਦੇ ਨੇ ਕਿ ਨਹੀਂ ਆਉਂਦੇ? ਕਦੀ ਸਾਡੇ ਮਨਾਂ 'ਚ ਚੰਗੇ ਖਿਆਲ ਆਉਂਦੇ ਨੇ, ਕਦੀ ਸਾਡੇ ਮਨਾਂ 'ਚ ਮੰਦੇ ਖਿਆਲ ਆਉਂਦੇ ਨੇ। ਇਹ ਖਿਆਲਾਂ ਦਾ ਇੱਕ ਬੜਾ ਵੱਡਾ ਵੇਵ ਚੱਲ ਰਿਹਾ ਹੈ
ਦਰਿਆ ਚੱਲ ਰਿਹਾ, ਸਮੁੰਦਰ ਲਹਿਰਾਂ ਦੇ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਗੁਪਤ ਸ਼ਕਤੀਆਂ ਹਾਜ਼ਰ ਰਹਿੰਦੀਆਂ। ਸਤਿਗੁਰਾਂ ਦੀ ਬਾਣੀ 'ਚ ਐਵੇਂ ਨਹੀਂ ਲਿਖ ਦਿੱਤਾ ਨਾਰਦ ਸਾਰਦ ਕਰਹਿ ਖਵਾਸੀ। ਖਵਾਸੀ ਕਹਿੰਦੇ ਨੌਕਰੀ, ਸੇਵਾਦਾਰੀ, ਟਹਿਲੂ। ਇਹ ਮਹਾਰਾਜ ਦੇ ਸੇਵਕ ਖਵਾਸ ਹਨ ਸਾਰੇ। 33 ਕਰੋੜ ਦੇਵੀ ਦੇਵਤਾ ਗੁਰੂ ਦੇ ਚਰਨਾਂ ਦੇ ਦਾਸ ਹਨ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰ। ਇਹ ਸਾਰੇ ਗੁਰੂ ਦਾ ਜਸ ਗਾਉਂਦੇ ਹਨ। ਸੋ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਸਾਰਦ ਬਾਰਦ ਸਾਰਦ ਪਾਰਦ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਰਮਲ ਜਸ ਪਾਰੇ ਦੀ ਤਰ੍ਹਾਂ ਉਜਲਾ ਹੈ, ਸਾਰਦਾ ਦੀ ਤਰ੍ਹਾਂ ਚਿੱਟਾ ਹੈ। ਤਾ ਸਮ ਨਾਰਦ ਮੋਦ ਪਰੇ। ਤੋ ਉਸ ਵੇਲੇ ਨਾਰਦ ਮੁਨੀ ਜੀ ਆ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਸਵਈਆ ਔਚਕ ਮੰਦਰ ਮੈਂ ਬਿਦ ਤਿਓ। ਅਚਾਨਕ ਹੀ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਆਪ ਪ੍ਰਗਟ ਹੋਇਆ। ਗੁਰ ਹਿਰ ਉਠੇ ਹਿਤ ਆਦਰ ਕੇ। ਮਹਾਰਾਜ ਸਾਹਿਬ ਜੀ ਨੇ ਵੀ ਆਦਰ ਕੀਤਾ ਨਾਰਦ ਮੁਨੀ ਜੀ ਦਾ। ਬੰਧਨ ਆਪਸ ਮਾਹੇ ਕਰੇ। ਆਪਸ ਵਿੱਚ ਇੱਕ ਦੂਜੀ ਨੂੰ ਨਮਸਕਾਰ ਕਰਕੇ ਬੈਠ ਗਏ। ਕਹਿ ਵਾਕ ਸਰੂਪ ਜੋ ਕਾਦਰ ਕੇ। ਔਰ ਜੋ ਗੁਰੂ ਸਰੂਪ ਮਹਾਰਾਜ ਛੇਵੇਂ ਪਾਤਸ਼ਾਹ ਕਾਦਰ ਦਾ ਪਰਮੇਸ਼ਰ ਦਾ ਰੂਪ ਹਨ, ਸਤਿਗੁਰੂ ਜੀ ਬੋਲੇ ਹਨ। ਆਵੋ ਦੇਵ ਮੁਨੀ ਉੱਚ ਬੈਠੋ। ਮਹਾਰਾਜ ਕਹਿੰਦੇ ਆਓ ਦੇਵ ਮੁਨੀ ਸਾਡੇ ਕੋਲ ਬੈਠੋ। ਕੀਨ ਕਿਰਪਾ ਇਤ ਆਚਰ ਕੇ। ਇੱਥੇ ਆ ਕੇ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ। ਦੱਸੋ ਕੀ ਪ੍ਰਯੋਜਨ ਹੈ ਆਉਣ ਦਾ? ਆਵਨ ਕਾਰਨ ਕੌਣ ਕਹੋ। ਆਪਣੇ ਆਉਣ ਦਾ ਕੀ ਕਾਰਨ ਹੈ ਦੱਸੋ। ਕਿਮ ਬਾਸ਼ਤ ਕਾਰਜ ਜੇ ਉਰ ਕੇ। ਜੋ ਵੀ ਮਨ 'ਚ ਇੱਛਾ ਹੈ ਦੱਸੋ। ਗੁਰੂ ਨਾਨਕ ਸਾਹਿਬ ਦੇ ਘਰੋਂ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਤੁਹਾਡੀ ਵੀ ਹੋਵੇਗੀ। ਨਾਰਦ ਰੂਪ ਬਿਲੰਦ ਨਿਹਾਰਤ। ਦੇਵ ਮੁਨੀ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਬਹੁਤ ਹੀ ਸੁੰਦਰ ਰੂਪ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ। ਸੁੰਦਰ ਕ੍ਰਾਂਤ ਭੁਜਾ ਬਲ ਭਾਰੀ। ਚਿਹਰੇ ਦੀ ਕ੍ਰਾਂਤੀ ਕਹੀ ਨਹੀਂ ਜਾ ਸਕਦੀ। ਕੋਟ ਸੂਰ ਜਾ ਕੇ ਪ੍ਰਗਾਸ਼, ਕਰੋੜਾਂ ਸੂਰਜਾਂ ਵਰਗੀ ਰੋਸ਼ਨੀ ਚਿਹਰੇ ਤੇ ਮਹਾਰਾਜ ਦੀਆਂ ਬਾਹਾਂ ਹਾਥੀ ਦੀ ਸੁੰਡ ਦੀ ਤਰ੍ਹਾਂ ਬਲਵਾਨ ਹਨ। ਦੀਰਘ ਸ਼੍ਰੀ ਮੁਖ ਮੰਡਲ ਪੈ। ਆਹਾ, ਬੜਾ ਸੋਹਣਾ ਸੁੰਦਰ ਮੁਖ ਮੰਡਲ ਹੈ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਕਲ ਕੁੰਡਲ ਡੋਲ ਬੜੀ ਦੁੱਤ ਵਾਰੀ। ਬੜੀ ਸੋਭਾ ਸੁੰਦਰ ਸੋਹਣੀ ਮੇਰੇ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰੇ ਅਪਾਰੋ ਰਾਮ। ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਹਾਂਜੀ, ਬਿਰਿੰਦ ਆਨੰਦ ਕੋ ਪਾਏ ਰਹਿਓ। ਮਹਾਰਾਜ ਦੇ ਦਰਸ਼ਨ ਕਰਕੇ ਦੇਵ ਮੁਨੀ ਇੰਨਾ ਪ੍ਰਸੰਨ ਹੋਇਆ, ਇੰਨਾ ਆਨੰਦਿਤ ਹੋਇਆ। ਗੁਣ ਕੀਰਤ ਕੋ ਤਬ ਕੀਨ ਉਚਾਰੀ। ਤੇ ਮਹਾਰਾਜ ਦੀ ਕੀਰਤੀ ਕਰਨ ਲੱਗਾ, ਕਿਉਂਕਿ ਸਾਧ ਸੰਗਤ ਜੀ ਸਾਰੇ ਦੇਵੀ ਦੇਵਤੇ ਗੁਰੂ ਦੀ ਕੀਰਤੀ ਗਾਉਂਦੇ ਹਨ। ਇਹ ਗੁਰੂ ਨਾਨਕ ਸਾਹਿਬ ਨੇ ਇੱਕੋ ਪੰਕਤੀ 'ਚ ਗੱਲ ਮੁਕਾ ਦਿੱਤੀ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਇਹ ਸਾਰੇ ਗੁਰੂ ਦਾ ਜਸ ਗਾਉਣ ਵਾਲੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਨਾਰਦ ਮੁਨੀ ਵੀ ਸਤਿਗੁਰਾਂ ਦੀ ਸਿਫਤ ਕਰਦਾ ਹੈ। ਭਗਤ ਨਾਰਦੀ ਹਿਰਦੈ ਨਿਆਈ, ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਹਨਾਂ ਹਰ ਪੈ ਗਿਆ ਲੀਨਾ। ਜਿਹੜੇ ਸਾਧ ਸੰਗਤ ਜੀ ਦੇਵੀ ਦੇਵਤੇ ਸਾਰੇ ਗੁਪਤ ਸ਼ਕਤੀਆਂ ਹੀ ਨੇ, ਕੋਈ ਬੰਦੇ ਨਹੀਂ ਜਿਵੇਂ ਅਸੀਂ ਸਮਝਦੇ ਹਾਂ ਵੀ ਸਾਡੇ ਵਰਗੇ ਹੱਥ ਪੈਰ ਹੋਣਗੇ ਜਾਂ ਸਾਡੇ ਵਰਗੀਆਂ ਅੱਖਾਂ ਹੋਣਗੀਆਂ, ਸਾਡੇ ਵਰਗੇ ਉਹਨਾਂ ਦੇ ਸਰੀਰ ਹੋਣਗੇ। ਇੱਦਾਂ ਦੀ ਗੱਲ ਨਹੀਂ ਹੈ। ਸਿਰਫ ਸਾਨੂੰ ਸਮਝਾਉਣ ਲਈ ਉਹਨਾਂ ਦਾ ਐਸਾ ਰੂਪ ਕਥਨ ਕੀਤਾ ਜਾਂਦਾ ਹੈ। ਵਾਸਤਵ ਵਿੱਚ ਅਕਾਲ ਪੁਰਖ ਦੀਆਂ ਗੁਪਤ ਸ਼ਕਤੀਆਂ ਹਨ, ਐਨਰਜੀ ਹਨ ਸਾਰੀਆਂ। ਇੱਕੋ ਹੀ ਵਾਹਿਗੁਰੂ ਅਨੇਕਾਂ ਰੂਪ ਧਾਰਨ ਕਰਕੇ ਵਿਚਰ ਰਿਹਾ ਹੈ। ਜਿੰਨੇ ਵੀ ਸਰੀਰ ਨੇ ਉਹਨਾਂ ਵਿੱਚ ਵੀ ਜੋਤ ਵਾਹਿਗੁਰੂ ਦੀ ਹੈ। ਜਿਹੜੇ ਸਰੀਰ ਤੋਂ ਪਰੇ ਹਨ ਗੁਪਤ, ਉਹ ਵੀ ਵਾਹਿਗੁਰੂ ਦੀ ਜੋਤ ਹੈ। ਸੋ ਮਹਾਰਾਜ ਦੀ ਅਕਾਲ ਪੁਰਖ ਦੀ ਸਿਫਤ ਸਾਰੇ ਹੀ ਕਰਦੇ ਹਨ। ਭੁਜੰਗ ਪ੍ਰਿਆਤ ਛੰਦ ਗੁਰੂ ਰੂਪ ਧਾਰੇ ਨਮੋ ਲੇਹੁ ਮੋਹੀ। ਨਾਰਦ ਮੁਨੀ ਕਹਿਣ ਲੱਗਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਹੋ।
ਪਰ ਇਹ ਗੁਰੂ ਰੂਪ ਧਾਰਨ ਕਰਕੇ ਆਏ ਹੋ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਧ ਸੰਗਤ ਜੀ, ਕਈ ਵੀਰਾਂ ਨੂੰ ਸ਼ੰਕਾ ਵੀ ਗੁਰੂ ਨਾਨਕ ਦੇਵ ਹੋਰ ਹੈ ਤੇ ਪਰਮੇਸ਼ਰ ਹੋਰ ਹੈ, ਪਰ ਗੁਰਬਾਣੀ ਕੀ ਕਹਿੰਦੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਜੀ ਗੋਬਿੰਦ ਦਾ ਹੀ ਰੂਪ ਨੇ, ਪਰਮੇਸ਼ਰ ਦਾ ਹੀ ਰੂਪ ਨੇ, ਕੋਈ ਹੋਰ ਥੋੜ੍ਹਾ। ਸੋ ਉਹਨਾਂ ਦੀ ਉਸਤਤ ਕਰ ਰਹੇ ਹਨ ਦੇਵ ਮੁਨੀ ਜੀ। ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਹੀ। ਹੇ ਮਹਾਰਾਜ, ਤੁਸੀਂ ਸਦਾ ਧਿਆਨੀਆਂ ਦੇ ਧਿਆਨ ਵਿੱਚ ਵਸਦੇ ਹੋ ਤੇ ਅਗਿਆਨੀਆਂ ਦੇ ਗਿਆਨ ਵਿੱਚ ਵਸਦੇ ਹੋ। ਜਿਹੜੇ ਧਿਆਨੀ ਧਿਆਨ ਲਾਉਂਦੇ ਨੇ ਉਹ ਤੁਹਾਡਾ ਹੀ ਧਿਆਨ ਕਰਦੇ ਨੇ, ਔਰ ਜਿਹੜੇ ਗਿਆਨੀ ਗਿਆਨ ਕਮਾਉਂਦੇ ਨੇ ਉਹ ਗਿਆਨ ਸਰੂਪ 'ਚ ਤੁਹਾਡੇ ਹੀ ਦਰਸ਼ਨ ਕਰਦੇ ਨੇ। ਪਰੰ ਬ੍ਰਹਮ ਨਾਥੰ ਲਖੈ ਨਾਹੇ ਕੋਈ। ਹਾਏ ਮੇਰੇ ਸਤਿਗੁਰੂ, ਤੁਸੀਂ ਪਾਰ ਬ੍ਰਹਮ ਸਰੂਪ ਹੋ। ਪਰੇ ਤੋਂ ਪਰੇ ਜੋ ਵਿਆਪਕ ਹੋਵੇ ਉਸ ਨੂੰ ਪਾਰ ਬ੍ਰਹਮ ਕਹਿੰਦੇ, ਜੋ ਸਾਰਿਆਂ ਨੂੰ ਨੱਥਣ ਵਾਲਾ ਹੋਵੇ ਉਸ ਨੂੰ ਨਾਥ ਕਹਿੰਦੇ। ਆਪ ਨਾਥ ਨਾਥੀ ਸਭ ਜਾ ਕੀ। ਜਿੰਨੀ ਸ੍ਰਿਸ਼ਟੀ ਹੈ ਨਾ ਸਾਰੀ ਦੀ ਨੱਕ 'ਚ ਨੱਥ ਪਾਈ ਹੋਈ ਹੈ ਹੁਕਮ ਨਾਲ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸ੍ਰੀ ਜਪਜੀ ਸਾਹਿਬ ਜੇ ਪੰਕਤੀ ਰੋਜ਼ ਪੜ੍ਹਦੇ ਹਾਂ, ਨਾਥੀ ਦਾ ਮਤਲਬ ਨੱਥੀ ਹੋਈ, ਕਾਬੂ ਕੀਤੀ ਹੋਈ। ਸਾਰੀ ਸ੍ਰਿਸ਼ਟੀ ਤੁਹਾਡੇ ਹੁਕਮ 'ਚ ਬੱਝੀ ਹੋਈ ਹੈ, ਤੁਹਾਡੇ ਹੁਕਮ ਰੂਪੀ ਨੱਥ ਸਾਰਿਆਂ ਦੀ ਨੱਕ ਵਿੱਚ ਪਈ ਹੋਈ ਹੈ। ਕਲਾ ਜਾਲ ਧਾਰੋ ਕਰਾਮਾਤ ਗੋਈ। ਮਹਾਰਾਜ, ਬੇਅੰਤ ਕਰਾਮਾਤਾਂ ਸ਼ਕਤੀਆਂ ਕਲਾ ਦੇ ਮਾਲਕ ਹੋ ਕੇ ਵੀ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖਦੇ ਹੋ। ਸਾਧ ਸੰਗਤ ਜੀ, ਜਿੰਨੀ ਸ਼ਕਤੀ ਸੰਸਾਰ ਵਿੱਚ ਹੈ ਕਿਹਦੀ ਹੈ? ਕਦੀ ਸੋਚਿਆ? ਅਸੀਂ ਕਹਿੰਦੇ ਹਾਂ ਕਰਾਮਾਤ ਕੀ ਹੈ, ਸ਼ਕਤੀ ਕੀ ਹੈ? ਆ ਜੋ ਵਰਤ ਰਹੀ ਹੈ ਕਰਾਮਾਤ ਹੀ ਤਾਂ ਹੈ। ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਧਰਤੀ ਦੇ ਵਿੱਚ ਬੀਜ ਪਾ ਕੇ ਫਸਲਾਂ ਪੈਦਾ ਕਰ ਦਿੰਦਾ ਹੈ, ਕਿੱਦਾਂ ਆਕਾਸ਼ ਵਿੱਚ ਬੱਦਲ ਆ ਕੇ ਵਸਦੇ ਨੇ, ਕਿਵੇਂ 9 ਮਹੀਨੇ ਮਾਂ ਦੇ ਪੇਟ 'ਚ ਬੱਚਾ ਪਲ ਕੇ ਜਨਮ ਲੈ ਕੇ ਸੁੰਦਰ ਸਰੂਪ ਨੌਜਵਾਨ ਬਣ ਜਾਂਦਾ ਹੈ, ਕਿਸ ਤਰ੍ਹਾਂ ਸੰਸਾਰ ਪੈਦਾ ਹੁੰਦਾ ਹੈ, ਵਿੰਸਦਾ ਹੈ। ਇਹ ਸਾਰੀ ਖੇਡ ਅਕਾਲ ਪੁਰਖ ਦੀ ਕਰਾਮਾਤ ਹੀ ਹੈ। ਇਹ ਕਰਾਮਾਤ ਪ੍ਰਤੱਖ ਵਰਤ ਰਹੀ ਹੈ। ਫਿਰ ਵੀ ਕਈ ਕਹਿੰਦੇ ਦਿਖਾਓ ਜੀ ਕਰਾਮਾਤ ਕਿੱਥੇ ਹੁੰਦੀ ਹੈ। ਸਾਹਮਣੇ ਕਰਾਮਾਤ ਹੈ। ਮਹਾਰਾਜ ਅਕਾਲ ਪੁਰਖ ਇੱਦਾਂ ਹੀ ਆਪਣੀ ਸ਼ਕਤੀ ਵਰਤਾ ਕੇ ਫਿਰ ਗੁਪਤ ਵੀ ਰੱਖਦਾ ਹੈ। ਹਾਂਜੀ, ਨਿਰਾਲੰਬ ਨਾਥੰ ਨਿਰਾਲੰਬ ਬਚਿਤਰੰ। ਨਿਰਾਲੰਬ, ਕਿਸੇ ਦਾ ਆਸਰਾ ਨਹੀਂ, ਆਪਣੇ ਆਸਰੇ ਤੇ ਆਪ ਟਿਕੇ ਹੋਏ ਹੋ। ਸਾਧ ਸੰਗਤ ਜੀ, ਇਸ ਦੁਨੀਆ 'ਚ ਸਾਰਿਆਂ ਨੂੰ ਕਿਸੇ ਨਾ ਕਿਸੇ ਦਾ ਆਸਰਾ ਹੈ। ਵਾਹਿਗੁਰੂ ਨੂੰ ਕਿਸੇ ਦਾ ਆਸਰਾ ਨਹੀਂ, ਆਪਣੇ ਆਸਰੇ ਤੇ ਆਪ ਬਿਰਾਜਿਆ ਹੋਇਆ। ਨਿਰਾਲੰਬ ਨਾਥੰ, ਨਿਰਾਲੰ ਸਾਰਿਆਂ ਤੋਂ ਨਿਰਾਲਾ ਹੈ। ਬਚਿੱਤਰੰ, ਬੜੇ ਵਿਚਿੱਤਰ ਅਸਚਰਜ ਕੌਤਕ ਹਨ ਮੇਰੇ ਵਾਹਿਗੁਰੂ ਜੀ ਦੇ। ਪਬੂ ਹੋ ਬੇਪੂ ਹੋ ਅਪੈ ਹੋ ਪਵਿੱਤਰੰ। ਇਹ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਪ੍ਰਭੂ ਸਾਰੀ ਪ੍ਰਭਤਾ ਦੇ ਮਾਲਕ ਹੋ, ਵਿਭੂ ਸਾਰਿਆਂ 'ਚ ਵਿਆਪਕ ਹੋ, ਔਰ ਮੇਰੇ ਸਤਿਗੁਰੂ ਜੀ ਆਪ ਜੀ ਅਭੈ ਹੋ, ਕਿਸੇ ਦਾ ਭੈ ਨਹੀਂ, ਤੇ ਪਵਿੱਤਰ ਹੋ। ਕਲੀ ਕਾਲ ਮੈਂ ਪੰਥ ਕੀਨੋ ਸੁਖਾਰੇ। ਆਪ ਜੀ ਨੇ ਕਲਯੁਗ ਵਿੱਚ ਸੌਖਾ ਪੰਥ ਰਚਿਆ, ਖਾਲਸਾ ਪੰਥ, ਗੁਰੂ ਨਾਨਕ ਦਾ ਨਿਰਮਲ ਪੰਥ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਹਿੰਦੂ ਤੁਰਕ ਦੇ ਵਿੱਚ ਕਪਟ ਵਿਦਿਆ ਚੱਲ ਗਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਸਰਾ ਪੰਥ ਪੈਦਾ ਕੀਤਾ। ਸਾਧ ਸੰਗਤ ਜੀ, ਜਿਸ ਨੂੰ ਅੱਜ ਖਾਲਸਾ ਪੰਥ ਕਹਿੰਦੇ ਆ, ਇਹਦਾ ਪਹਿਲਾ ਨਾਮ ਨਿਰਮਲ ਪੰਥ ਹੈ। ਨਿਰਮਲ ਤੇ ਖਾਲਸ ਦਾ ਅਰਥ ਸ਼ੁੱਧ ਹੀ ਹੁੰਦਾ ਹੈ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ, ਖਾਲਸ ਪੰਥ ਚਲਾਇਆ ਹੈ। ਨਿਜੰ ਦਾਸ ਦੋਹੈ ਉਪਦੇਸ਼ੰ ਉਧਾਰੇ। ਇਹ ਮਹਾਰਾਜ ਆਪਣਾ ਉਪਦੇਸ਼ ਦੇ ਕਰਕੇ ਆਪਣੇ ਦਾਸਾਂ ਨੂੰ ਧਾਰਦੇ ਹੋ। ਬਿਨਾ ਦੰਭ ਹੋਇ ਕੈ ਭਜੈ ਸਾਚ ਨਾਮੰ। ਜਿਹੜਾ ਬੰਦਾ ਪਖੰਡ ਤੋਂ ਬਿਨਾਂ ਨਾਮ ਜਪੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਕਿਸੇ ਧਰਮ ਦਾ ਖੰਡਨ ਨਹੀਂ ਜੇ। ਕਿਸੇ ਵੀ ਧਰਮ ਦੀ ਮਹਾਰਾਜ ਨੇ ਤੋਹੀਨ ਨਹੀਂ ਕੀਤੀ। ਨਾ ਇਸਲਾਮ ਨੂੰ ਨਿੰਦਿਆ, ਨਾ ਈਸਾਈਆਂ ਦੀ ਨਿੰਦਾ ਕੀਤੀ ਹੈ, ਨਾ ਹਿੰਦੂ ਧਰਮ ਨੂੰ ਮਾੜਾ ਕਿਹਾ, ਨਾ ਜੈਨ ਧਰਮ ਨੂੰ, ਨਾ ਬੁੱਧ ਧਰਮ ਨੂੰ। ਕਿਹਦੀ ਨਿੰਦਾ ਕੀਤੀ ਹੈ? ਮਹਾਰਾਜ ਨੇ ਪਖੰਡ ਦੀ ਨਿੰਦਾ ਕੀਤੀ। ਆਖੋ ਸ੍ਰੀ ਵਾਹਿਗੁਰੂ। ਕੋਈ ਬੰਦਾ
ਰਾਮ ਰਾਮ ਕਹਿ ਰਿਹਾ ਪਰ ਮਨ ਵਿੱਚ ਕੋਈ ਕਪਟ ਲੈ ਕੇ ਬੈਠਾ। ਕੋਈ ਬੰਦਾ ਅੱਲਾ ਅੱਲਾ ਕਹਿ ਰਿਹਾ ਪਰ ਮਨ 'ਚ ਕੋਈ ਕਪਟ ਲੈ ਕੇ ਬੈਠਾ। ਕੋਈ ਬੰਦਾ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਪਰ ਅੰਦਰ ਗੰਢ ਕੋਈ ਹੋਰ ਬੰਨੀ ਬੈਠਾ। ਉਹ ਪਖੰਡੀ ਹੈ। ਆਖੋ ਸ੍ਰੀ ਵਾਹਿਗੁਰੂ। ਉਹ ਪਖੰਡੀ ਹੈ। ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਉਹਦੇ ਬਾਰੇ ਮਹਾਰਾਜ ਕਹਿੰਦੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਮਨ ਵਿੱਚ ਤਾਂ ਕੁਝ ਹੋਰ ਹੈ ਤੇ ਮੂੰਹ ਤੋਂ ਕੁਝ ਹੋਰ ਬੋਲਦਾ, ਉਹ ਕੱਚਾ ਹੈ। ਬਸ ਉਹਦੀ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਤਾਂ ਸੱਚੀ ਭਗਤੀ ਹਿਰਦੇ ਦੀ ਪ੍ਰਵਾਨ ਹੋਣੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਵ ਮੁਨੀ ਨਾਰਦ ਕਹਿ ਰਹੇ, ਸੱਚੇ ਪਾਤਸ਼ਾਹ, ਜਿਹੜਾ ਪਖੰਡ ਤੋਂ ਬਿਨਾਂ ਤੁਹਾਡੀ ਉਸਤਤ ਕਰਦਾ ਹੈ, ਕਪਟ ਨਹੀਂ ਕਰਦਾ ਮਨ ਵਿੱਚ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਈਸਾਈ ਹੈ ਤੇ ਭਾਵੇਂ ਕੋਈ ਕਿਸੇ ਧਰਮ ਦਾ ਵੀ ਹੈ, ਉਹਦੀ ਤੁਸੀਂ ਬਾਂਹ ਫੜਨ ਵਾਲੇ ਹੋ, ਉਹਦੇ ਤੁਸੀਂ ਦਸਤਗੀਰ ਹੋ। ਦਸਤਗੀਰ ਹੋਏ ਪੰਜ ਪੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਤੇ ਫਿਰ ਆ 6ਵਾਂ ਜਾਮਾ ਧਾਰਨ ਕੀਤਾ ਹੈ। ਤਜੈ ਦੇਹ ਹੰਤਾ ਲਹੈ ਆਪ ਧਾਮੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਬੰਦਾ ਪਖੰਡ ਤੋਂ ਬਿਨਾਂ ਹੋ ਕੇ ਨਾਮ ਜਪੇ, ਪਖੰਡ ਨਾ ਕਰੇ, ਕਿਸੇ ਗੱਲ ਦਾ ਵੀ ਵਿਖਾਵਾ ਨਾ ਕਰੇ ਵੀ ਮੈਂ ਜਪ ਰਿਹਾ ਤੇ ਲੋਕ ਦੇਖਣ, ਮੈਂ ਕੀਰਤਨ ਕਰ ਰਿਹਾ ਤੇ ਲੋਕ ਦੇਖਣ, ਮੈਂ ਕਥਾ ਕਰ ਰਿਹਾ ਤੇ ਲੋਕ ਦੇਖਣ, ਉਹ ਤਾਂ ਪਖੰਡ ਹੈ। ਤੇ ਜੋ ਮਨ ਵਿੱਚ ਹੈ ਉਹ ਮੂੰਹ 'ਚ ਹੈ ਤੇ ਉਹ ਪਖੰਡ ਨਹੀਂ। ਆਖੋ ਸ੍ਰੀ ਵਾਹਿਗੁਰੂ। ਜੋ ਮਨ ਵਿੱਚ ਹੈ ਉਹ ਮੂੰਹ 'ਚ ਹੈ ਤਾਂ ਉਹ ਸੱਚਾ, ਉਹਦੀ ਤੁਸੀਂ ਬਾਂਹ ਫੜਦੇ ਹੋ। ਤੇ ਜਿਹੜਾ ਬੰਦਾ ਇਸ ਤਰ੍ਹਾਂ ਮਹਾਰਾਜ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਛੱਡ ਕੇ, ਮੈਂ ਸਰੀਰ ਨਹੀਂ ਹਾਂ, ਇਹ ਜਿਹੜਾ ਸਰੀਰ ਹੈ ਮੇਰਾ ਕਿਰਾਏ ਦਾ ਮਕਾਨ ਹੈ, ਐਸੇ ਘਰ ਹਮ ਬਹੁਤ ਬਸਾਏ। ਇੱਦਾਂ ਦੇ ਘਰ ਤਾਂ ਪਤਾ ਨਹੀਂ ਕਿੰਨੀ ਵਾਰੀ ਮਿਲੇ ਤੇ ਕਿੰਨੀ ਵਾਰੀ ਗਏ। ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਇਹ ਤਾਂ ਮੇਰਾ ਕਿਰਾਏ ਦਾ ਮਕਾਨ ਹੈ, ਮੈਂ ਨਹੀਂ ਆਏ। ਸਾਧ ਸੰਗਤ ਜੀ, ਕਦੀ ਮਕਾਨ ਨੂੰ ਮੈਂ ਕਿਹਾ? ਮਕਾਨ ਨੂੰ ਮੇਰਾ ਤਾਂ ਕਹਿੰਦੇ ਮੇਰਾ ਮਕਾਨ, ਪਰ ਮੈਂ ਮਕਾਨ ਹਾਂ ਇੱਦਾਂ ਤਾਂ ਨਹੀਂ ਕਹਿੰਦੇ। ਆਪਣੇ ਆਪ ਨੂੰ ਮਕਾਨ ਤੋਂ ਵੱਖਰਾ ਸਮਝੇ, ਇਸ ਸਰੀਰ ਤੋਂ ਵੱਖਰਾ ਸਮਝੇ, ਆਪਣੇ ਆਪ ਨੂੰ ਸਰੀਰ ਨਾ ਸਮਝੇ। ਲਹੈ ਪਰਮ ਧਾਮੰ, ਉਹ ਅਕਾਲ ਪੁਰਖ ਦੀ ਜੋਤ ਵਿੱਚ ਸਮਾ ਜਾਏਗਾ, ਤੇਰੇ ਘਰ ਚਲਾ ਜਾਏਗਾ ਮਹਾਰਾਜ। ਉਹਨੂੰ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹਾਂਜੀ। ਮਹਾਮੋਹ ਮਾਤੰ ਸ਼ੇਰੰ ਸਮਾਨੰ। ਮਹਾਰਾਜ ਜਿਹੜਾ ਮੋਹ ਦਾ ਹਾਥੀ ਹੈ ਨਾ, ਮੋਹ, ਸਾਧ ਸੰਗਤ ਜੀ, ਦੁਨੀਆ ਦੇ ਸਾਰੀ ਤੇ ਮੋਹ ਪਿਆ। ਆਪਾਂ ਮੋਹ 'ਚ ਹੀ ਫਸੇ ਹਾਂ। ਕੋਈ ਸਰੀਰ ਦਾ ਮੋਹ ਹੈ, ਧੀਆਂ ਪੁੱਤਾਂ ਦਾ ਮੋਹ ਹੈ, ਮਕਾਨ ਦਾ ਮੋਹ ਹੈ, ਦੁਕਾਨ ਦਾ ਮੋਹ ਹੈ, ਕਾਰੋਬਾਰ ਦਾ ਮੋਹ ਹੈ, ਆਪਣੀ ਪਦਵੀ ਦਾ ਮੋਹ ਹੈ, ਆਪਣੀ ਵਡਿਆਈ ਦਾ ਮੋਹ ਹੈ। ਮੋਹ 'ਚ ਫਸੇ ਆ ਨਾ। ਇਹ ਬੜਾ ਤਗੜਾ ਹਾਥੀ ਹੈ, ਸਾਰਿਆਂ ਨੂੰ ਢਾਹ ਕੇ ਰੱਖਦਾ। ਪਰ ਜੇ ਹਾਥੀ ਦੇ ਸਾਹਮਣੇ ਸ਼ੇਰ ਆ ਜਾਏ, ਹਾਥੀ ਨੂੰ ਪਾੜ ਕੇ ਖਾ ਜਾਂਦਾ। ਮਹਾਰਾਜ ਤੁਸੀਂ ਬੱਬਰ ਸ਼ੇਰ ਹੋ, ਮੋਹ ਦੇ ਹਾਥੀ ਨੂੰ ਮਾਰ ਕੇ ਭਜਾ ਸਕਦੇ ਹੋ। ਵਿਕਾਰੰ ਤਮੰ ਦੀਪ ਜੈਸੇ ਪ੍ਰਹਾਨੰ। ਆਹ ਮਹਾਰਾਜ, ਵਿਕਾਰਾਂ ਦੇ ਹਨੇਰੇ ਨੂੰ ਤੁਸੀਂ ਦੀਵੇ ਦੀ ਤਰ੍ਹਾਂ ਖਤਮ ਕਰ ਦੇ। ਦੀਵਾ ਬੜਾ, ਅੰਧੇਰਾ ਜਾਏ। ਹਨੇਰੇ ਨੂੰ ਤੁਸੀਂ ਡਾਂਗਾ ਮਾਰ ਕੇ ਨਹੀਂ ਘਰੋਂ ਕੱਢ ਸਕਦੇ, ਧੱਕੇ ਮਾਰ ਕੇ ਨਹੀਂ ਹਨੇਰੇ ਨੂੰ ਕੱਢ ਸਕਦੇ, ਫੂਕਾਂ ਮਾਰ ਕੇ ਨਹੀਂ ਕੱਢ ਸਕਦੇ, ਕਿਸੇ ਸਿਆਣਪ ਨਾਲ ਨਹੀਂ ਕੱਢ ਸਕਦੇ। ਦੀਵਾ ਬਾਲੋ, ਅੰਧੇਰਾ ਖਤਮ ਹੋ ਜਾਏਗਾ। ਜਿਹੜਾ ਇਸ ਮਨ ਦੇ ਵਿੱਚ ਵਿਕਾਰਾਂ ਦਾ ਹਨੇਰਾ ਹੈ, ਅਗਿਆਨ ਦਾ ਹਨੇਰਾ ਹੈ, ਗੁਰੂ ਮਹਾਰਾਜ 6ਵੇਂ ਪਾਤਸ਼ਾਹ ਤੁਹਾਡੇ ਗਿਆਨ ਦੇ ਦੀਵੇ ਨਾਲ ਉਹ ਉੱਡ ਜਾਂਦਾ ਹੈ। ਪਟੇ ਬੰਸ ਬੇਦੀਨ ਕੇ ਭਾਨ ਜੋਏ। ਇਹ ਮਹਾਰਾਜ ਬੇਦੀ ਬੰਸ ਦੇ ਵਿੱਚ ਅਵਤਾਰ ਧਾਰਿਆ। ਸ੍ਰੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜੈ ਤੈ ਭਏ ਸਹਾਈ। ਪੁਨੰ ਤੋਹਣੰ ਬੰਸ ਕੇ ਚੰਦ ਹੋਏ। ਫਿਰ ਤੁਸੀਂ ਹੀ ਗੁਰੂ ਅੰਗਦ ਦੇਵ ਬਣੇ ਹੋ। ਜੋਤ ਓਹਾ ਜੁਗਤ ਸਹਾਈ, ਸਹਿ ਕਾਇਆ ਫੇਰ ਪਲਟੀ ਹੈ। ਪਹਿਲਾਂ ਬੇਦੀ ਬੰਸ ਵਿੱਚ ਅਵਤਾਰ ਧਾਰਿਆ, ਫਿਰ ਤ੍ਰਿਹਣ ਬੰਸ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਹੀ ਬਣੇ, ਉੱਥੇ ਜੋਤ ਟਿਕਾਈ ਹੈ। ਪਿਤਾ ਮੋਹਰੀ ਕੇ ਧਰਿਓ ਰੂਪ ਫੇਰੰ। ਫਿਰ ਤੀਸਰਾ
ਸ੍ਰੀ ਗੁਰੂ ਅਮਰਦਾਸ ਜੀ ਬਾਬਾ ਮੋਹਰੀ ਦੇ ਪਿਤਾ ਦਾ ਰੂਪ ਧਾਰਨ ਕੀਤਾ ਹੈ। ਗੁਰੂ ਰਾਮਦਾਸੰ ਪ੍ਰਕਾਸ਼ੰ ਫਿਰ ਕਨੇਰੰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਸ੍ਰੀ ਗੁਰੂ ਰਾਮਦਾਸ ਮਹਾਰਾਜ ਬਣੇ ਹੋ। ਭਏ ਸ਼ਾਂਤ ਰੂਪੰ ਰਚਿਓ ਗ੍ਰੰਥ ਬਾਣੀ। ਫਿਰ ਮਹਾਰਾਜ ਸ਼ਾਂਤ ਸਰੂਪ ਪੰਜਵੇਂ ਗੁਰੂ ਅਰਜਨ ਦੇਵ ਦੇ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ, ਬਾਣੀ ਰਚੀ ਹੈ। ਸੋ ਦਾਤਾਲ ਕੀਨੋ ਅਗੰ ਦਾਸ ਹਾਨੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕੀਤੀ ਹੈ, ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਔਰ ਆਪਣੇ ਦਾਸਾਂ ਦੇ ਪਾਪ ਕੱਟੇ ਹਨ। ਪਿਤਾ ਆਪ ਕੇ ਧੀਰ ਧਾਰੀ ਤਰਾਸੀ। ਆਪ ਜੀ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਧਰਤੀ ਵਰਗੀ ਧੀਰਜ ਰੱਖੀ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਬਸਦਾ ਧਰਤੀ ਨੂੰ ਕਹਿੰਦੇ ਆ। ਧਰਤੀ ਨੂੰ ਕੋਈ ਪੱਟੀ ਜਾਵੇ ਬਲਡੋਜ਼ਰਾਂ ਨਾਲ, ਕਈਆਂ ਨਾਲ ਧਰਤੀ ਨੂੰ ਪੀੜ ਹੁੰਦੀ ਹੈ। ਧਰਤੀ ਕਿਸੇ ਨੂੰ ਗਾਲ ਕੱਢਦੀ ਹੈ, ਸੀ ਕਹਿੰਦੀ ਹੈ। ਧਰਤੀ ਬਿਲਕੁਲ ਧੀਰਜ ਵਿੱਚ ਸਾਰੇ ਦੁੱਖ ਸਹਾਰ ਲੈਂਦੀ ਹੈ। ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰ ਦੇਵੇ, ਉਹਨੂੰ ਅਸੀਸਾਂ ਦਿੰਦੀ ਹੈ? ਨਹੀਂ, ਉਹਦੇ ਵਾਸਤੇ ਬਰਾਬਰ ਹੀ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀਆਂ ਤਵੀਆਂ ਤੇ ਬਹਿ ਕੇ ਵੀ ਤੇਰਾ ਕੀਆ ਮੀਠਾ ਲੱਗੇ ਭਾਣਾ ਮੰਨਿਆ ਹੈ। ਗੁਰੂ ਪੰਚ ਦੇਸ਼ਾਨ ਸਿੱਖੀ ਪ੍ਰਕਾਸ਼ੀ। ਪੰਜਵੇਂ ਪਾਤਸ਼ਾਹ ਨੇ ਦੇਸਾਂ ਵਿਦੇਸਾਂ 'ਚ ਸਿੱਖੀ ਦਾ ਬੂਟਾ ਲਾਇਆ ਹੈ। ਧਰਿਓ ਆਪ ਰੂਪੰ ਮਹਾ ਸ਼ਸਤਰ ਧਾਰੀ। ਅੱਜ ਮਹਾਰਾਜ ਆਪ ਜੀ ਨੇ 6ਵਾਂ ਰੂਪ ਧਾਰਨ ਕਰ ਲਿਆ। ਮਹਾ ਤੇਜਸਵੀ ਸੂਰਬੀਰ ਸ਼ਸਤਰ ਧਾਰੀ ਯੋਧੇ ਬਣ ਕੇ ਆਏ ਹੋ। ਗੁਰੂ ਪੰਚ ਤੇ ਔਰ ਰੀਤੰ ਸੁਧਾਰੀ। ਮਹਾਰਾਜ ਇਹ ਪੰਜ ਜਾਮਿਆਂ 'ਚ ਤਾਂ ਸੱਤ ਸੰਤੋਖ ਦਇਆ ਧਰਮ ਸੱਚ ਦਾ ਵਰਤਾਰਾ ਸੀ, ਪਰ ਹੁਣ ਆਪ ਜੀ ਨੇ ਵੀਰ ਰਸ ਦਾ 6ਵਾਂ ਪਿਆਲਾ, ਛਟਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇਸ ਵੀਰ ਰਸੀ ਕਰਤੱਵ ਕਰਨੇ ਸ਼ੁਰੂ ਕੀਤੇ ਹਨ। ਤਰੀ ਤੇਗ ਪੀਰੀ ਰੁਮੀਰੀ ਪ੍ਰਕਾਸ਼ੀ। ਆਪ ਜੀ ਨੇ ਮੀਰੀ ਔਰ ਪੀਰੀ ਦੀਆਂ ਤੇਗਾਂ ਧਰ ਕੇ ਮੀਰੀ ਪੀਰੀ ਦਾ ਪ੍ਰਕਾਸ਼ ਕੀਤਾ ਹੈ। ਕਰੋ ਕਿਉ ਨਾ ਕਾਜੰ ਜਥਾ ਸ਼ਤਰ ਨਾਸ਼ੀ। ਇਹ ਮਹਾਰਾਜ ਸ਼ਤਰੂਆਂ ਦਾ ਵੈਰੀਆਂ ਦਾ ਨਾਸ ਕਰਨ ਦਾ ਜਿਹੜਾ ਕੰਮ ਸ਼ੁਰੂ ਕਰਨਾ ਸੀ, ਕਰਦੇ ਕਿਉਂ ਨਹੀਂ? ਕਰੋ, ਹੁਣ ਟਾਈਮ ਆ ਗਿਆ। ਮਹਾਰਾਜ ਹੁਣ ਨਗਾਰੇ ਤੇ ਚੋਭਾਂ ਲਾ ਦਿਓ, ਹੁਣ ਜੰਗ ਦੀਆਂ ਤਿਆਰੀਆਂ ਕਰੋ। ਸੱਚੇ ਪਾਤਸ਼ਾਹ ਜੀ ਦਇਆ ਸਿੰਧ ਸੀਲੰ ਕੋ ਚਾਲੰ ਪਰਨਾਸੀ। ਆਪ ਦਇਆ ਦੇ ਸਮੁੰਦਰੋ, ਸੀਲ ਧਰਮ ਦੇ ਮਹਾਰਾਜ ਰਾਖੇ ਹੋ, ਤੇ ਕੁਚਾਲਾਂ ਦਾ ਭੈੜੀਆਂ ਚਾਲਾਂ ਦਾ ਨਾਸ ਕਰਨ ਵਾਲੇ ਹੋ। ਕਰੋ ਆਪ ਲੀਲਾ ਜਥਾ ਮਾਨਵਾਸੀ। ਆਪ ਮਨੁੱਖੀ ਲੀਲਾ ਕਰ ਰਹੇ ਹੋ ਮਹਾਰਾਜ, ਹੈ ਤਾਂ ਪਰਮੇਸ਼ਰ ਰੂਪ ਹੋ, ਪਰ ਮਨੁੱਖੀ ਜਾਮੇ 'ਚ ਆ ਕੇ ਮਨੁੱਖੀ ਲੀਲਾ ਕਰਦੇ ਹੋ। ਮਹਾਰਾਜ ਰਾਜਾਨ ਰਾਜਾ ਤੇ ਰਾਜੰ। ਮਹਾਰਾਜਿਆਂ ਦੇ ਰਾਜੇ, ਰਾਜੇ ਦੇ ਰਾਜ ਸਾਰਿਆਂ ਤੋਂ ਵੱਡੇ ਹੋ। ਤੁਹੀ ਦੀਨ ਬੰਧੂ ਸਜਾ ਸੰਤ ਕਾਜੰ। ਮਹਾਰਾਜ ਤੁਸੀਂ ਦੀਨਾਂ ਦੇ ਗਰੀਬਾਂ ਦੇ ਬੰਧੂ ਰਿਸ਼ਤੇਦਾਰ ਹੋ, ਜਿਨ੍ਹਾਂ ਦਾ ਕੋਈ ਨਹੀਂ ਉਹਦੇ ਤੁਸੀਂ ਹੋ ਸੱਚੇ ਪਾਤਸ਼ਾਹ ਜੀ। ਨਮੋ ਤੋਹੇ ਸੁਆਮੀ ਰਸੰਗ ਵੀਰ ਰਾਚੋ। ਆਹਾ ਮਹਾਰਾਜ ਤੁਹਾਡੇ ਚਰਨਾਂ 'ਚ ਮੇਰੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਤੁਸੀਂ ਵੀਰ ਰਸ ਵਿੱਚ ਰੱਤੇ ਹੋਏ ਹੋ ਸੱਚੇ ਪਾਤਸ਼ਾਹ ਜੀ। ਬਨੋ ਜੁੱਧ ਜੈਤਾ ਮਹਾਰੁਦਰ ਮਾਚੋ। ਮਹਾਰਾਜ ਤੁਸੀਂ ਜੁੱਧ ਦੇ ਜੈਤਾ ਬਣੋਗੇ। ਤੁਸੀਂ ਜੁੱਧ ਜਿੱਤੋ, ਦੁਸ਼ਟਾਂ ਦਾ ਨਾਸ ਕਰੋ, ਧਰਮ ਦਾ ਪ੍ਰਕਾਸ਼ ਕਰੋ। ਇਸੀ ਹੇਤ ਜਾਨੋ ਆਇਓ ਤੀਰ ਤੇਰੇ। ਹੇ ਮਹਾਰਾਜ ਜੀ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਹਾਂ। ਇਸੇ ਵਾਸਤੇ ਆਇਆ ਵੀ ਜਿਹੜੇ ਕੰਮ ਲਈ ਆਪ ਜੀ ਨੇ ਅਵਤਾਰ ਧਾਰਿਆ ਸੀ, ਉਹ ਕੰਮ ਨੂੰ ਸ਼ੀਘਰ ਤੋਂ ਸ਼ੀਘਰ ਸ਼ੁਰੂ ਕਰ ਦਿਓ। ਸਵਾ ਤਾਨ ਹੁਜੇ ਸੁਨੋ ਬਾਕ ਮੇਰੇ। ਇਹ ਮੇਰੀ ਬੇਨਤੀ ਸੁਣੋ ਮਹਾਰਾਜ। ਸਾਵਧਾਨ ਹੋ ਕੇ ਕਮਰ ਕਸੇ ਕਰਕੇ ਯੁੱਧ ਦੇ ਨਗਾਰੇ ਵਜਾ ਦਿਓ। ਦੋਹਰਾ ਇਹ ਅਸ਼ਟਕ ਉਚਰਿਓ ਜਬੈ। ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਅਸ਼ਟਕ 8 ਛੰਦਾਂ ਦਾ ਭੁਜੰਗ ਪ੍ਰਯਾਤ ਛੰਦ ਜਦੋਂ ਨਾਰਦ ਮੁਨੀ ਜੀ ਨੇ ਗੁਰੂ ਸਾਹਿਬ ਦੀ ਸਿਫਤ ਵਿੱਚ ਉਚਾਰਨ ਕੀਤਾ,
ਬੈਠ ਉਚਾਰਨ ਫੇਰ। ਮਹਾਰਾਜ ਦੇ ਚਰਨਾਂ 'ਚ ਉਸਤਤ ਕਰਕੇ ਬੈਠ ਗਏ ਸ੍ਰੀ ਨਾਨਕ ਕੀ ਬਾਰਤਾ। ਤੇ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਸ਼ੁਰੂ ਕੀਤੀ। ਕਹਿਣ ਲੱਗਿਓ ਤਿਸ ਬੇਰ। ਮਹਾਰਾਜ ਨੂੰ ਬੇਨਤੀ ਕਰਨ ਲੱਗੇ। ਸੋ ਕੀ ਬੇਨਤੀ ਕਰਨਗੇ ਅੱਗੇ ਆਪਾਂ ਸਰਵਣ ਕਰਾਂਗੇ। ਇਹ ਗੁਪਤ ਅਕਾਲ ਪੁਰਖ ਵੱਲੋਂ ਹੀ ਸਾਧ ਸੰਗਤ ਜੀ ਸੰਦੇਸੇ ਪਹੁੰਚ ਰਹੇ ਨੇ। ਉਧਰ ਦੁਸ਼ਮਣਾਂ ਦੇ ਮਨਾਂ ਵਿੱਚ ਵੀ ਨਾਰਦ ਨੇ ਜਾ ਕੇ ਚਿੰਗਾੜੀ ਬਾਲ ਦੇਣੀ ਹੈ। ਵਰਤਾਰਾ ਜੰਗ ਦਾ ਬਣਨਾ, ਕਿਉਂਕਿ ਹਰ ਕੰਮ ਦਾ ਕਾਰਨ ਹੁੰਦਾ, ਬਿਨਾਂ ਕਾਰਨ ਦੇ ਕਾਰਜ ਨਹੀਂ ਹੁੰਦਾ। ਆਖੋ ਵਾਹਿਗੁਰੂ। ਬਿਨਾਂ ਕਾਰਨ ਦੇ ਕਾਰਜ ਨਹੀਂ ਹੁੰਦਾ। ਕਾਰਨ ਹੁੰਦਾ ਲੜਾਈ ਦਾ, ਫਿਰ ਲੜਾਈ ਹੁੰਦੀ। ਉਹ ਕਾਰਨ ਬਣ ਗਏ। ਕਾਰਨ ਬਣੇ, ਉੱਥੋਂ ਬੜਾ ਵੱਡਾ ਜੰਗ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਹੋਇਆ। ਉਹ ਹੁਣ ਜੰਗ ਦੀ ਕਥਾ ਅੱਗੇ ਸ਼ੁਰੂ ਹੋਣੀ ਹੈ। ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ।